ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਜਾ ਘਰ ਸਾਧਨਾ ਸੇਵੀਐ ਹੈ, ਹਰ ਕੀ ਸੇਵਾ ਨਾਹੇ। ਤੇ ਘਰ ਮਰਹਟ ਸਾਰਖੇ, ਭੂਤ ਬਸਹਿ ਤਿਨ ਮਾਹੇ। ਕਬੀਰ ਜਾ ਘਰ ਸਾਧਨਾ ਸੇਵੀਐ ਹੈ, ਹਰ ਕੀ ਸੇਵਾ ਨਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਸਿੰਘਾਸਨਾਂ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੁੜ ਮਿਲ ਬੈਠੇ ਗੁਰੂ ਰੂਪ ਸਤਿਗੁਰਾਂ ਦਾ ਖਾਸ ਰੂਪ ਸਾਧ ਸੰਗਤ ਜੀਓ, ਵਡਭਾਗੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸੁਭਾਗ ਬਖਸ਼ਿਸ਼ ਕੀਤਾ। ਸਤਿਗੁਰਾਂ ਦੇ ਸੁੰਦਰ ਦੀਵਾਨ ਸਜੇ, ਸੋਦਾ ਰਹਿਰਾਜ ਸਾਹਿਬ ਜੀ ਕੇ ਪਾਠ, ਆਰਤੀ ਆਰਤਾ ਹਰ ਜਸ ਕੀਰਤਨ ਆਪ ਜੀ ਸ਼ਰਵਣ ਕਰ ਰਹੇ ਸੋ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਦਇਆਲ ਪੁਰਖ ਮਿਹਰਵਾਨਾ, ਹਰ ਨਾਨਕ ਸਾਚ ਵਖਾਨਾ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਪਾਵਨ ਬਾਣੀ ਦੇ ਅਖੰਡ ਜਾਪ ਸਵੇਰ ਵੇਲੇ ਤੋਂ ਪ੍ਰਾਰੰਭ ਹੋਏ ਹਨ। ਕਥਾ ਵਿਚਾਰ ਦਾ ਸਮਾਂ ਹੋਇਆ। ਸ਼੍ਰੋਮਣੀ ਭਗਤ ਕਬੀਰ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਇਹ ਪਵਿੱਤਰ ਬਾਣੀ ਹੁਣ ਤੱਕ 190 ਸ਼ਲੋਕਾਂ ਦੀ ਵਿਚਾਰ ਪਿੱਛੇ ਹੋ ਚੁੱਕੀ ਹੈ। 191 ਤੋਂ ਅੱਜ ਦੀ ਵਿਚਾਰ ਆਰੰਭ ਕਰਨੀ ਸੀ। ਸਿੰਘ ਨੇ
ਅਗਲਾ ਸ਼ਲੋਕ ਜਿਹੜਾ ਹੈ ਉਹ ਮੰਗਲ ਰੂਪ ਦੇ ਵਿੱਚ ਪੜ੍ਹਿਆ ਹੈ। ਸੋ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੇ ਵਿੱਚ ਜਿੱਥੇ ਸੰਗਤ ਕਰਨ ਦਾ ਫਲ ਦੱਸਿਆ ਹੈ, ਉੱਥੇ ਕੁਸੰਗਤ ਦਾ ਜਿਹੜਾ ਹੈ, ਕੁਸੰਗਤ ਦੇ ਵਿੱਚ ਬੈਠਣ ਦਾ ਕੀ ਹਸ਼ਰ ਹੁੰਦਾ ਹੈ ਉਹ ਸਮਝਾਇਆ ਗਿਆ ਹੈ। ਇਸੇ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਿਸ ਤਰ੍ਹਾਂ ਕਰਨੀ ਹੈ ਕਿ ਘਰ-ਬਾਰ ਤਿਆਗ ਕੇ ਜੰਗਲਾਂ ਦੇ ਵਿੱਚ ਜਾ ਕੇ ਨਹੀਂ ਬੈਠ ਜਾਣਾ, ਜਾਂ ਮੁਲਾਣਿਆਂ ਨੂੰ ਕਹਿ ਰਹੇ ਨੇ ਕਿ ਜੋ ਤੂੰ ਉੱਚੀ ਉੱਚੀ ਬਾਂਗਾ ਦੇਣਾ ਹੈ ਕਿ ਉਹ ਪਰਮਾਤਮਾ ਬੋਲਾ ਹੈ, ਗੂੰਗਾ ਹੈ ਜਾਂ ਬਹਿਰਾ ਹੈ, ਉਹ ਵਾਹਿਗੁਰੂ ਤੇਰੇ ਅੰਦਰ ਵਸਦਾ ਹੈ, ਉਹ ਖੁਦਾ ਦਾ ਨਿਵਾਸ ਤੇਰੇ ਅੰਦਰ ਹੈ। ਦਿਲ ਹੀ ਭੀਤਰ ਜੋਏ, ਆਪਣੇ ਅੰਦਰ ਉਹਨੂੰ ਲੱਭਣ ਦੀ ਕੋਸ਼ਿਸ਼ ਕਰ, ਉਹ ਤੇ ਤੇਰੇ ਅੰਦਰ ਬੈਠਾ ਹੋਇਆ ਹੈ। ਇਸ ਤਰ੍ਹਾਂ ਕਬੀਰ ਸਾਹਿਬ ਜੀ ਨੇ ਇਹਨਾਂ ਪਾਵਨ ਸ਼ਲੋਕਾਂ ਦੇ ਵਿੱਚ ਵੱਖ-ਵੱਖ ਵਿਸ਼ੇ ਲੈ ਕਰਕੇ ਸਾਡੇ ਕਲਯੁਗੀ ਜੀਵਾਂ ਦੇ ਕਲਿਆਣ ਲਈ ਬਾਣੀ ਉਚਾਰਨ ਕੀਤੀ ਹੈ। ਆਓ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ। ਸਰੀਰ ਕਰਕੇ ਆਪਾਂ ਸਾਰੇ ਹਾਜ਼ਰ ਹਾਂ, ਮਨ ਕਰਕੇ ਵੀ ਹਾਜ਼ਰ ਹੋ ਸਕੀਏ। ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਰਾਮੈ ਰਾਮ ਕਹੋ, ਕਹਿਬੇ ਮਾਹੇ ਬਵੇਕ। ਕਬੀਰ ਸਾਹਿਬ ਕਹਿਣ ਲੱਗੇ ਰਾਮੈ ਰਾਮ ਕਹੋ। ਚੰਗੀ ਗੱਲ ਹੈ ਕਿ ਰਾਮ ਦੇ ਨਾਮ ਨੂੰ ਕਹੋ, ਰਾਮ ਦੇ ਨਾਮ ਨੂੰ ਜਪੋ। ਉਸ ਰਮੇ ਹੋਏ ਰਾਮ ਦਾ ਸਿਮਰਨ ਕਰਨਾ ਬਣਦਾ ਹੈ, ਸਾਡੇ ਲਈ ਜ਼ਰੂਰੀ ਹੈ। ਪਰ ਉਹ ਕਹਿੰਦੇ ਨੇ ਕਹਿਬੇ ਮਾਹੇ ਵਿਵੇਕ। ਗਿਆਨ ਤੋਂ ਅਗਲੀ ਅਵਸਥਾ ਨੂੰ ਵਿਵੇਕ ਕਿਹਾ ਹੈ। ਗੁਰਬਾਣੀ ਵਿੱਚ ਬੜੀ ਵਾਰ ਜ਼ਿਕਰ ਆਇਆ ਹੈ, ਦੀਜੈ ਬੁੱਧ ਵਿਵੇਕਾ। ਹਾਰ ਪਰਿਓ ਸੁਆਮੀ ਕੇ ਦੁਆਰਾ, ਦੀਜੈ ਬੁੱਧ ਵਿਵੇਕਾ। ਗਿਆਨ ਦੀ ਗੱਲ ਨਹੀਂ ਕੀਤੀ। ਅਰਦਾਸ ਦੇ ਬੋਲ ਨੇ, ਅਰਦਾਸ ਵਿੱਚ ਵੀ ਵਿਵੇਕ ਦਾਨ ਦਾ ਜ਼ਿਕਰ ਕੀਤਾ ਗਿਆ ਹੈ। ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸ੍ਰੀ ਦਾਨ, ਨਾਮ ਦਾਨ, ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ। ਜੇ ਦਾਨ ਵੀ ਮੰਗਿਆ ਹੈ ਅਕਾਲ ਪੁਰਖ ਵਾਹਿਗੁਰੂ ਤੋਂ, ਤੇ ਉਹ ਵੀ ਵਿਵੇਕ ਦਾ ਦਾਨ ਮੰਗਿਆ ਹੈ। ਕਹਿਣ ਲੱਗੇ ਉਸ ਰੱਬ ਦਾ ਨਾਮ ਸਾਰੇ ਲੈਂਦੇ ਨੇ। ਹੁਣ ਇਹਦੇ ਵਿੱਚ ਫਰਕ ਹੈ, ਵਿਵੇਕ ਬੁੱਧ ਦੇ ਨਾਲ ਸੋਚਣਾ ਹੈ। ਤੇ ਸੱਚੇ ਪਾਤਸ਼ਾਹ ਨੇ ਤੇ ਸਾਨੂੰ ਪਹਿਲਾਂ ਹੀ ਮੂਰਤੀ ਪੂਜਾ ਦੇ ਖੰਡਨ ਤੋਂ ਬਾਹਰ ਕਰ ਦਿੱਤਾ ਹੈ ਕਿ ਗੁਰਸਿੱਖ ਜਿਹੜਾ ਹੈ ਮੂਰਤੀ ਪੂਜਕ ਨਹੀਂ ਹੋ ਸਕਦਾ। ਕਬੀਰ ਸਾਹਿਬ ਇੱਥੇ ਉਹਨਾਂ ਰਾਸ ਧਾਰੀਆਂ ਦੀ ਗੱਲ ਕਰਦੇ ਨੇ ਜਿਹੜੇ ਰਾਸ ਲੀਲਾ ਸਜਾਉਂਦੇ ਨੇ। ਕੋਈ ਉਹਨਾਂ 'ਚੋਂ ਕ੍ਰਿਸ਼ਨ ਭਗਵਾਨ ਬਣ ਜਾਂਦਾ ਹੈ, ਕੋਈ ਰਾਮ ਭਗਵਾਨ ਬਣ ਜਾਂਦਾ ਹੈ। ਪਰ ਉਹ ਜਿਹੜਾ ਬਣਿਆ ਹੋਇਆ ਰਾਮ ਭਗਵਾਨ ਰਾਸ ਧਾਰੀਆਂ ਦਾ ਹੈ, ਉਸ ਰਾਮ ਦੇ ਵਿੱਚ ਤੇ ਜੋ ਰਮਿਆ ਹੋਇਆ ਰਾਮ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਵਿੱਚ ਫਰਕ ਹੈ। ਕਿਹੜਾ ਫਰਕ ਹੈ? ਕਬੀਰ ਸਾਹਿਬ ਜੀ ਅਗਲੀ ਪੰਕਤੀ ਵਿੱਚ ਸਮਝਾਉਂਦੇ ਹਨ। ਏਕ ਅਨੇਕ ਹੈ ਮਿਲ ਗਿਆ, ਏਕ ਸਮਾਨਾ ਏਕ। ਜਿਹੜਾ ਉਹ ਰਾਸ ਧਾਰੀਆਂ ਦਾ ਬਣਾਇਆ ਹੋਇਆ ਰਾਮ ਹੈ, ਰਾਸ ਧਾਰੀਆਂ ਦਾ ਬਣਾਇਆ ਹੋਇਆ ਰੱਬ ਹੈ, ਅਸਲ ਵਿੱਚ ਤੇ ਉਹ ਬੰਦਾ ਹੀ ਹੈ ਨਾ। ਤੇ ਉਹ ਅਨੇਕ ਹੈ ਮਿਲ ਰਹੇ ਹੋ। ਅਨੇਕ ਜਿਹੜੇ ਪਦਾਰਥ ਨੇ, ਕਿਉਂਕਿ ਪਰਮਾਤਮਾ ਇੱਕ ਹੈ, ਇਹਦੇ ਉੱਪਰ ਕੋਈ ਸ਼ੰਕਾ ਨਹੀਂ। ਪਰ ਉਸ ਪਰਮਾਤਮਾ ਤੋਂ ਛੁੱਟ ਬਾਕੀ ਸਭ ਕੁਝ ਜੋ ਹੈ ਉਹ ਦਵੈਸ਼ ਹੈ। ਇੱਕ ਵੀ ਉਹ ਕੈਸਾ ਹੈ
क्योंकि ओंकार ब्रह्मा उत्पत ओंकार किया जिन चित ओंकार सैल जुग भये ओंकार वेद निर्मय। ओंकार ਦਾ ਜ਼ਿਕਰ ਤੇ ਵੇਦਾਂ ਦੇ ਵਿੱਚ ਵੀ ਹੈ ਕਿ ਉਹ ਪ੍ਰਮਾਤਮਾ ਹੈ, ਪਰ ਵੇਦਾਂ ਸ਼ਾਸਤਰਾਂ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਉਹ ਪ੍ਰਮਾਤਮਾ ਹੈ ਕੀ, ਕਿਉਂਕਿ ਸਨਾਤਨ ਮਤ ਦੇ ਵਿੱਚ ਤ੍ਰੇ ਦੇਵਾਂ ਦੀ ਗੱਲ ਆਉਂਦੀ ਹੈ। ਤਿੰਨ ਪ੍ਰਮੁੱਖ ਪ੍ਰਧਾਨ ਦੇਵਤੇ ਮੰਨੇ ਗਏ ਨੇ, ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੇਖਿਆ ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਤਾਂ ਇੱਕ ਹੈ ਤੇ ਫਿਰ ਇਹ ਦੁਨੀਆ ਹੋਰਾਂ ਪਾਸੇ ਕਿਉਂ ਉਲਝੀ ਪਈ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਰੰਭ ਦੇ ਵਿੱਚ ਹੀ ਪਹਿਲੇ ਹੀ ਬੋਲ ਜਿਹੜੇ ਨੇ ਉਹ ਇੱਕ ਓੰਕਾਰ, ਜਿਹੜਾ ਉਹ ਓੰਕਾਰ ਹੈ ਉਹ ਇੱਕ ਹੈ। ਤੇ ਇੱਕ ਵੀ ਜਿਹੜਾ ਹੈ ਮਹਾਰਾਜ ਜੀ ਨੇ ਗਿਣਤੀ ਵਾਲਾ ਲਾਇਆ। ਬੜਾ ਇਹ ਸੋਚਣ ਵਾਲੀ ਗੱਲ ਹੈ। ਇੱਥੇ ਇੱਕ ਦਾ ਅਰਥ ਜਿਹੜਾ ਈੜੀ ਸਿਹਾਰੀ ਤੇ ਕੱਕਾ ਲਾ ਕੇ ਵੀ ਇੱਕ ਅਰਥ ਕੀਤਾ ਜਾ ਸਕਦਾ ਸੀ। ਈੜੀ ਸਿਹਾਰੀ ਤੇ ਕੱਕੇ ਨੂੰ ਔਂਕੜ ਲਾ ਕੇ ਵੀ, ਈੜੀ ਸਿਹਾਰੀ ਤੇ ਕੱਕੇ ਨੂੰ ਸਿਹਾਰੀ ਲਾ ਕੇ ਵੀ, ਹਾਲਾਂਕਿ ਵਿਆਕਰਨਕ ਅਰਥ ਇਹਦੇ ਅਲੱਗ-ਅਲੱਗ ਹੋ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਗਿਣਤੀ ਵਾਲਾ ਏਕਾ ਲਾ ਕੇ ਇਹ ਝੰਜਟ ਹੀ ਖਤਮ ਕਰਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਵਿਦਵਾਨ ਜਨ ਆਪਣੀ ਵਿਦਵਤਾ ਦੇ ਨਾਲ ਹੋਰ ਹੀ ਅਰਥ ਕੱਢਣ ਲੱਗ ਜਾਣ। ਜੀ ਕੱਕੇ ਨੂੰ ਔਂਕੜ ਲੱਗੀ ਦਾ ਅਰਥ ਆ ਹੋ ਸਕਦਾ ਹੈ, ਕੱਕੇ ਨੂੰ ਸਿਹਾਰੀ ਲੱਗੀ ਆ ਅਰਥ ਹੋ ਸਕਦਾ ਹੈ। ਮਹਾਰਾਜ ਜੀ ਕਹਿਣ ਲੱਗੇ ਇਹ ਸਾਰੇ ਝਮੇਲੇ ਖਤਮ। ਜਿਹੜਾ ਉਹ ਓੰਕਾਰ ਹੈ ਉਸ ਤੋਂ ਪਹਿਲਾਂ ਏਕਾ ਲਾ ਕੇ ਇਹ ਸਿੱਧ ਕਰ ਦਿੱਤਾ ਕਿ ਜਿਹੜਾ ਓੰਕਾਰ ਹੈ, ਜਿਹੜਾ ਉਹ ਬ੍ਰਹਮ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ, ਉਹ ਕੇਵਲ ਇੱਕ ਹੈ। ਦੂਜਾ ਕਾਹੇ ਸਿਮਰਿਆ ਜੰਮੈ ਤੈ ਮਰ ਜਾਏ। ਇਸ ਕਰਕੇ ਦੂਜੇ ਦੀ ਸੇਵਾ ਨਹੀਂ ਕਰਨੀ, ਕੇਵਲ ਇੱਕ ਦੀ ਸੇਵਾ ਕਰਨੀ ਹੈ। ਹੁਣ ਜਿਹੜਾ ਤੇ ਸੰਸਾਰਕ ਖੁਦਾ ਹੈ, ਸੰਸਾਰ ਦਾ ਰੱਬ ਬਣਿਆ ਹੋਇਆ ਹੈ, ਜਿਸ ਤਰ੍ਹਾਂ ਰਾਸ ਧਾਰੀਏ ਰਾਸ ਲੀਲਾ ਕਰਦੇ ਨੇ ਤੇ ਆਪਣੇ ਦੇ ਵਿੱਚੋਂ ਇੱਕ ਕਲਾਕਾਰ ਨੂੰ ਉਹ ਖੁਦਾ ਬਣਾ ਦਿੰਦੇ ਨੇ। ਕਬੀਰ ਸਾਹਿਬ ਕਹਿਣ ਲੱਗੇ ਉਹ ਜਿਹੜਾ ਖੁਦਾ ਹੈ, ਜਿਹੜਾ ਕਿ ਰਾਸ ਧਾਰੀਆਂ ਨੇ ਬਣਾਇਆ ਹੈ, ਉਹ ਸੰਸਾਰਕ ਪਦਾਰਥਾਂ ਦੇ ਵਿੱਚ ਹੀ ਉਲਝ ਜਾਂਦਾ ਹੈ। ਤੇ ਇੱਕ ਐਸਾ ਖੁਦਾ ਹੈ ਜੋ ਇੱਕ ਦੇ ਵਿੱਚ ਹੀ ਸਮਾਇਆ ਹੋਇਆ ਹੈ। ਭਾਵ ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਇੱਕ ਤੋਂ ਅਨੇਕ ਤੇ ਅਨੇਕ ਤੋਂ ਫਿਰ ਇੱਕ ਹੋ ਜਾਂਦਾ ਹੈ। ਉਹ ਪਰਮਾਤਮਾ ਘਟ ਘਟ ਦੇ ਵਿੱਚ ਰਮਿਆ ਹੋਇਆ ਹੈ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਸੰਤਾਂ ਨੇ ਪੁਕਾਰਾਂ ਕਰ ਕਰਕੇ ਕਿਹਾ ਹੈ ਕਿ ਉਹ ਵਾਹਿਗੁਰੂ ਘਟ ਘਟ ਦੇ ਵਿੱਚ ਵਸਿਆ ਹੋਇਆ ਹੈ। ਇਸ ਪਹਿਲੇ ਸ਼ਲੋਕ ਵਿੱਚ ਕਬੀਰ ਸਾਹਿਬ ਨੇ ਇਹ ਸਮਝਾਇਆ ਕਿ ਇੱਕ ਜਿਹੜਾ ਹੈ ਉਹ ਰਾਸ ਧਾਰੀਆਂ ਦਾ ਖੁਦਾ ਹੈ, ਰਾਮ ਹੈ, ਤੇ ਦੂਸਰਾ ਜੋ ਕੁੱਲ ਖਲਕਤ ਦਾ ਖੁਦਾ ਹੈ, ਜੋ ਕੁੱਲ ਖਲਕਤ ਦਾ ਖੁਦਾ ਹੈ, ਉਹ ਘਟ ਘਟ ਵਿੱਚ ਸਮਾਇਆ ਹੋਇਆ ਹੈ। ਕਬੀਰ ਜਾ ਘਰ ਸਾਧਨਾ ਸੇਵੀਐ ਹੈ, ਹਰ ਕੀ ਸੇਵਾ ਨਾਹੇ। ਕਬੀਰ ਸਾਹਿਬ ਕਹਿੰਦੇ ਜਿਸ ਪ੍ਰਤੱਖ ਸੰਸਾਰਕ ਘਰ ਦੇ ਵਿੱਚ ਸਾਧੂ ਮਹਾਤਮਾ ਦੀ ਸੇਵਾ ਨਹੀਂ ਹੁੰਦੀ, ਵਾਹਿਗੁਰੂ ਦਾ ਭਜਨ ਸਿਮਰਨ ਨਹੀਂ ਹੁੰਦਾ, ਉਹ ਜਿਹੜੇ ਘਰ ਨੇ ਪਾਵਨ ਗੁਰਬਾਣੀ ਦੇ ਬਚਨਾਂ ਨੂੰ ਜਦੋਂ ਪੜ੍ਹਦੇ ਹਾਂ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਸੁੰਦਰ ਬਚਨ ਦੱਸੇ ਨੇ ਕਿ ਜਿਨ੍ਹਾਂ ਘਰਾਂ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ, ਖੁਦਾ ਨੂੰ ਯਾਦ ਕੀਤਾ ਜਾਂਦਾ, ਬੰਦਗੀ ਹੁੰਦੀ ਹੈ, ਉਹ ਘਰ ਸੋਭਨੀਕ ਨੇ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੌਬਾਰੇ। ਉਹ ਬੜੇ ਖੂਬਸੂਰਤ ਨੇ, ਉਹ ਵਸਦੇ ਨੇ, ਸ਼ੋਭਦੇ ਨੇ। ਤੇ ਕਹਿੰਦੇ ਜਿੱਥੇ ਨਾਮ ਨਾ ਜਪੀਆ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜੀਓ। ਜਿੱਥੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਜਾਂਦਾ ਉਹ ਤੇ ਨਗਰ ਉਜਾੜਾਂ ਵਰਗੇ ਨੇ। ਭਾਈ ਹੇਮਾ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਵੇਲੇ ਦਾ ਗੁਰਸਿੱਖ ਹੋਇਆ। ਬੜੀ ਅਨੰਨ ਸ਼ਰਧਾ ਮਹਾਰਾਜ ਜੀ ਉੱਪਰ, ਰੋਜ਼ਾਨਾ ਯਾਦ ਕਰਦਾ ਹੈ ਕਿ ਸੱਚੇ ਪਾਤਸ਼ਾਹ ਜੀ ਦਰਸ਼ਨ ਦੇ ਕਰਕੇ ਨਿਹਾਲ ਕਰੋ। ਇੱਕ ਦਿਨ ਸਮਾਂ ਆਇਆ, ਮੀਂਹ ਪੈ ਰਿਹਾ ਸੀ। ਮੁਖੀ ਸਿੰਘ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਨੇ ਤੇ ਮਹਾਰਾਜ ਜੀ ਭਾਈ ਹੇਮੇ ਦੀ ਝੌਂਪੜੀ ਵੱਲ ਨੂੰ ਚੱਲ ਤੁਰੇ ਨੇ। ਭਾਈ ਬਿਧੀ ਚੰਦ ਨੇ ਰੋਕਿਆ, ਮਹਾਰਾਜ ਜੀ ਸਮਾਂ ਸ਼ਾਮ ਦਾ ਹੋ ਚੁੱਕਿਆ ਹੈ, ਸ਼ਾਮ ਢਲ ਗਈ ਹੈ, ਮੀਂਹ ਪੈ ਰਿਹਾ, ਕੱਚਾ ਰਾਹ ਹੈ, ਆਪਾਂ ਇਸ ਨਗਰ ਦੇ ਵਿੱਚ ਹੀ ਟਿਕਾਣਾ ਕਰਦੇ ਹਾਂ। ਮਹਾਰਾਜ ਜੀ ਕਹਿਣ ਲੱਗੇ ਨਹੀਂ ਬਿਧੀ ਚੰਦਾ, ਸਾਡਾ ਇੱਕ ਗੁਰਸਿੱਖ ਜੋ ਕਿ ਇਸ ਦੁਨੀਆ ਦਾ ਬਾਦਸ਼ਾਹ ਹੈ,
ਅੱਜ ਅਸੀਂ ਉਹਦੇ ਕੋਲੇ ਟਿਕਾ ਕਰਨਾ ਹੈ। ਪਹੁੰਚੇ ਜਿੱਥੇ ਭਾਈ ਹੇਮੇ ਦੀ ਟੁੱਟੀ ਹੋਈ ਚੌਂਪੜੀ ਹੈ, ਬਹੁਤ ਹੀ ਗਰੀਬੀ ਦੀ ਹਾਲਾਤ ਵਿੱਚ ਬੈਠਾ ਹੈ। ਮਹਾਰਾਜ ਜੀ ਨੇ ਜਾ ਕਰਕੇ ਆਵਾਜ਼ ਮਾਰੀ, ਕੰਨੀ ਆਵਾਜ਼ ਪਈ, ਬਾਣੀ ਗਦ-ਗਦ ਹੋ ਗਈ, ਅੱਖਾਂ ਵਿੱਚੋਂ ਹੰਝੂ ਵਹਿ ਤੁਰੇ, ਕਿਉਂਕਿ ਇੱਥੇ ਹੁਣ ਪਿਆਰ ਦੀ ਜਿੱਤ ਹੋਈ ਹੈ, ਧਨ ਦੀ ਨਹੀਂ, ਪਿਆਰ ਦੀ ਜਿੱਤ ਹੋਈ ਹੈ। ਇੱਕ ਗਰੀਬ ਗੁਰਸਿੱਖ ਨੇ ਦਿਲੋਂ ਗੁਰੂ ਨੂੰ ਯਾਦ ਕੀਤਾ ਤੇ ਸਤਿਗੁਰੂ ਜੀ ਹਾਜ਼ਰ ਹੋਏ ਨੇ। ਤਨ 'ਤੇ ਇੱਕ ਕੰਬਲੀ ਦੀ ਬੁੱਕਲ ਮਾਰੀ ਹੈ, ਬੁੱਕਲ ਲਾਈ, ਉਸੇ ਕੰਬਲੀ ਦੇ ਨਾਲ ਮਹਾਰਾਜ ਜੀ ਦੇ ਚਰਨ ਸਾਫ਼ ਕੀਤੇ, ਉਸੇ ਕੰਬਲੀ ਨੂੰ ਫਿਰ ਵਿਛਾ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬੈਠਣ ਵਾਸਤੇ ਜੋ ਕੁਝ ਅੰਨ ਪ੍ਰਸ਼ਾਦਾ ਤਿਆਰ ਸੀ ਗੁਰਸਿੱਖਾਂ ਨੂੰ ਛਕਾਉਣ ਲੱਗੇ, ਤੇ ਭਾਈ ਬਿਧੀ ਚੰਦ ਦੇ ਮਨ ਵਿੱਚ ਸ਼ੰਕਾ ਆਇਆ। ਹਾਲਾਂਕਿ ਬਾਬਾ ਬਿਧੀ ਚੰਦ ਜੀ ਬ੍ਰਹਮ ਗਿਆਨੀ ਸਰੂਪ ਹੋਏ ਹਨ, ਪਰ ਮਹਾਰਾਜ ਜੀ ਕੌਤਕ ਵਰਤਾਉਂਦੇ ਨੇ ਕਈ ਵਾਰ ਗੁਰਸਿੱਖਾਂ ਦੀ ਭਾਵਨਾ ਨੂੰ ਦਿਖਾਉਣ ਵਾਸਤੇ ਕਿ ਕਿੰਨਾ ਕੁ ਪਿਆਰ ਗੁਰਸਿੱਖਾਂ ਦੇ ਅੰਦਰ ਹੈ। ਭਾਈ ਬਿਧੀ ਚੰਦ ਦੇ ਮਨ ਵਿੱਚ ਸ਼ੰਕਾ ਆਇਆ, ਜਿਸ ਤਰ੍ਹਾਂ ਭਾਈ ਮਰਦਾਨੇ ਦੇ ਮਨ ਵਿੱਚ ਸ਼ੰਕਾ ਆਇਆ ਸੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਐਮਨਾਬਾਦ ਦੀ ਧਰਤੀ 'ਤੇ ਗਏ ਸਨ ਤੇ ਭਾਈ ਲਾਲੋ ਦੇ ਘਰ ਜਾ ਕਰਕੇ ਕੋਧਰੇ ਦਾ ਭੋਜਨ ਛਕਿਆ ਸੀ। ਤੇ ਭਾਈ ਮਰਦਾਨੇ ਦੇ ਮਨ ਵਿੱਚ ਆਇਆ ਕਿ ਇੰਨੇ ਸੁੰਦਰ ਸ਼ਾਹੀ ਪਕਵਾਨ ਛੱਡ ਕੇ ਇਸ ਗਰੀਬ ਦੇ ਘਰ ਆ ਗਏ ਨੇ, ਇੱਥੋਂ ਕੀ ਪ੍ਰਾਪਤ ਹੋਵੇਗਾ। ਜਦੋਂ ਕੋਧਰੇ ਦਾ ਅੰਨ ਜਿਹੜਾ ਹੈ ਭਾਈ ਮਰਦਾਨੇ ਨੇ ਆਪਣੇ ਮੁਖ ਵਿੱਚ ਪਾਇਆ, 36 ਪ੍ਰਕਾਰ ਦੇ ਭੋਜਨਾਂ ਦਾ ਆਨੰਦ ਆਇਆ। ਇਸੇ ਤਰ੍ਹਾਂ ਭਾਈ ਬਿਧੀ ਚੰਦ ਜੀ ਮਨ ਵਿੱਚ ਸ਼ੰਕਾ 'ਤੇ ਆਇਆ, ਜੋ ਵੀ ਰੁੱਖਾ ਮੇਸਾ ਭਾਈ ਹੇਮੇ ਦੇ ਕੋਲ ਸੀ ਲਿਆ ਕਰਕੇ ਪਰੋਸ ਦਿੱਤਾ। ਜਦੋਂ ਪਹਿਲੀ ਬੁਰਕੀ ਤੋੜੀ, ਪਹਿਲੀ ਗਰਾਹੀ ਤੋੜੀ, ਮੁਖ ਵਿੱਚ ਪਾਈ, ਸਾਰੇ ਸ਼ੰਕੇ ਨਿਵਰਤ ਹੋ ਗਏ। 36 ਪ੍ਰਕਾਰ ਦੇ ਜਿਹੜੇ ਸੁੰਦਰ ਭੋਜਨਾਂ ਦਾ ਆਨੰਦ ਆਇਆ। ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਉਚਾਰੀ, ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ, ਮਿੱਤਰ ਨਾ ਇਠ ਧਨ ਰੂਪਹੀਣ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਮਹਾਰਾਜ ਕਹਿਣ ਲੱਗੇ, ਨਾਮ ਦੇ ਵਿੱਚ ਭਿੱਜਿਆ ਹੋਇਆ ਹੈ, ਦੁਨੀਆ ਦਾ ਰਾਜਾ ਹੈ। ਇਹਦੇ ਤਨ 'ਤੇ ਪਾਏ ਹੋਏ ਬਸਤਰ ਨਾ ਦੇਖੋ, ਇਹਦੀ ਗਰੀਬੀ ਵੱਲ ਨਾ ਵੇਖੋ, ਇਹਦਾ ਰਹਿਣ ਬਸੇਰਾ, ਇਹਦੀ ਟੁੱਟੀ ਹੋਈ ਝੌਂਪੜੀ ਨਾ ਦੇਖੋ, ਇਹਦੇ ਅੰਦਰ ਰੱਬ ਵਸਦਾ ਹੈ। ਇਹਦੀ ਉਹ ਅਮੀਰੀ ਨੂੰ ਵੇਖੋ, ਇਹ ਦੁਨੀਆ ਦਾ ਬਾਦਸ਼ਾਹ ਹੈ। ਮਹਾਰਾਜ ਜੀ ਕਹਿਣ ਲੱਗੇ, ਉਹ ਘਰ ਸ਼ੋਭਨੀਕ ਨੇ ਜਿਨ੍ਹਾਂ ਘਰਾਂ ਦੇ ਵਿੱਚ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ, ਪ੍ਰਤੱਖ ਸੰਸਾਰਕ ਘਰ। ਦੂਸਰਾ ਅਰਥ ਉਹ ਘਰ ਦਾ ਅਰਥ ਸਰੀਰ ਵੀ ਲਿਆ ਗਿਆ। ਉਹ ਸਰੀਰ ਸ਼ੋਭਨੀਕ ਨੇ, ਸੁਹਾਵਣੇ ਨੇ, ਜਿਨ੍ਹਾਂ ਸਰੀਰਾਂ ਦੇ ਵਿੱਚ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ। ਮਹਾਰਾਜ ਜੀ ਨੇ ਪਾਵਨ ਗੁਰਬਾਣੀ ਵਿੱਚ ਭਾਂਡਿਆਂ ਦਾ ਜ਼ਿਕਰ ਕੀਤਾ। ਕਿਹੜੇ ਭਾਂਡੇ ਨੇ? ਇੱਕ ਭਾਂਡੇ ਉਹ ਹੈ ਜਿਨ੍ਹਾਂ ਭਾਂਡਿਆਂ ਦੇ ਵਿੱਚ ਭੈੜੇ ਪਦਾਰਥ ਤਿਆਰ ਹੁੰਦੇ ਨੇ, ਤੇ ਇੱਕ ਉਹ ਭਾਂਡੇ ਨੇ ਜਿਨ੍ਹਾਂ ਭਾਂਡਿਆਂ ਦੇ ਨਾਲ ਪਰਮਾਤਮਾ ਦੀ ਖੁਦਾ ਦੀ ਪੂਜਾ ਹੁੰਦੀ ਹੈ। ਸੋ ਇਹ ਜਿਹੜਾ ਸਰੀਰ ਹੈ ਉਹ ਸਰੀਰ ਸ਼ੋਭਨੀਕ ਨੇ, ਜਿਨ੍ਹਾਂ ਸਰੀਰਾਂ ਦੇ ਵਿੱਚ ਵਾਹਿਗੁਰੂ ਦੀ ਨਾਮ ਬੰਦਗੀ ਦਾ ਰਸ ਹੈ, ਤੇ ਉਹ ਸਰੀਰ ਜਿਨ੍ਹਾਂ ਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ। ਮਹਾਰਾਜ ਕਹਿੰਦੇ ਨੇ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ, ਜਿਨ੍ਹਾਂ ਦੇ ਕੋਲੇ ਵਾਹਿਗੁਰੂ ਦਾ ਨਾਮ ਨਹੀਂ, ਵਾਹਿਗੁਰੂ ਤੋਂ ਸਖਣੇ ਨੇ। ਮਹਾਰਾਜ ਕਹਿੰਦੇ ਉਹ ਤੇ ਭੂਤ ਨੇ। ਸੋ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਜਿਨ੍ਹਾਂ ਘਰਾਂ ਦੇ ਵਿੱਚ ਵਾਹਿਗੁਰੂ ਦਾ ਨਾਮ ਹੈ ਤੇ ਜਿਨ੍ਹਾਂ ਘਰਾਂ ਦੇ ਵਿੱਚ ਵਾਹਿਗੁਰੂ ਦੀ ਬੰਦਗੀ ਹੈ, ਉਹ ਘਰ ਸ਼ੋਭਨੀਕ ਹਨ। ਤੇ ਘਰ ਮਰਹਟ ਸਾਰਖੇ, ਭੂਤ ਬਸਹਿ ਤਿਨ ਮਾਹੇ। ਤੇ ਜਿਨ੍ਹਾਂ ਘਰਾਂ ਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ, ਸਾਧੂਆਂ ਦੀ ਸੇਵਾ ਨਹੀਂ, ਵਾਹਿਗੁਰੂ ਦਾ ਸਿਮਰਨ ਨਹੀਂ, ਮਰਹਟ ਸਾਰਖੇ ਕਹਿੰਦੇ ਉਹ ਤੇ ਮੜੀਆਂ ਨੇ, ਉਹ ਤੇ ਕਬਰਾਂ ਨੇ, ਉਹ ਤੇ ਸੁੰਨਸਾਨ ਬੀਆਬਾਨ ਹੈ। ਭੂਤ ਬਸੈ ਤਿਨ ਮਾਹੇ, ਉਹਨਾਂ ਦੇ ਵਿੱਚ ਤੇ ਭੂਤਾਂ ਪ੍ਰੇਤਾਂ ਦੇ ਵਾਸੇ ਹੋ ਜਾਂਦੇ ਨੇ, ਕਿਉਂਕਿ ਸਾਰਾ ਦਿਨ ਕਾਟੋ ਕਲੇਸ਼ ਉਹਨਾਂ ਦੇ ਵਿੱਚ ਬਣੀ ਰਹਿੰਦੀ ਹੈ। ਕਿਤੇ ਖੁਦਾ ਦਾ ਨਾਮ ਨਹੀਂ, ਕਿਤੇ ਸਬਰ ਸੰਤੋਖ ਨਹੀਂ। ਉਹ ਤੇ ਜਿਹੜੇ ਸਰੀਰ ਨੇ ਉਹ ਤੇ ਭੂਤਾਂ ਵਰਗੇ ਹਨ। ਕਬੀਰ ਗੂੰਗਾ ਹੁਆ ਬਾਵਰਾ, ਬਹਿਰਾ ਹੁਆ ਕਾਨ। ਕਬੀਰ ਸਾਹਿਬ ਇੱਕ ਜਗਿਆਸੂ ਦੀ ਅਵਸਥਾ ਨੂੰ ਬਿਆਨ ਕਰਦੇ ਨੇ
ਕਹਿਣ ਲੱਗੇ ਜਦੋਂ ਸਤਿਗੁਰੂ ਜੀ ਦਾ ਸ਼ਬਦ ਹਿਰਦੇ ਦੇ ਵਿੱਚ ਵੱਜਦਾ ਹੈ, ਸ਼ਬਦ ਰੂਪੀ ਤੀਰ, ਉਦੋਂ ਜਿਹੜਾ ਜਿਗਿਆਸੂ ਹੁੰਦਾ ਹੈ ਸੰਸਾਰਕ ਪਾਸਿਆਂ ਤੋਂ ਬੋਲਾ ਹੋ ਜਾਂਦਾ ਹੈ, ਗੂੰਗਾ ਹੋ ਜਾਂਦਾ ਹੈ। ਕਹਿਣ ਤੋਂ ਭਾਵ ਕਿ ਉਹਨੂੰ ਹੁਣ ਸੰਸਾਰ ਦੇ ਵਿੱਚ ਕੀ ਹੋ ਰਿਹਾ ਹੈ, ਆਪਣੇ ਆਲੇ ਦੁਆਲੇ ਚੰਗਾ ਮਾੜਾ ਕੀ ਹੋ ਰਿਹਾ ਕੁਝ ਪਤਾ ਨਹੀਂ। ਉਹ ਤੇ ਕੇਵਲ ਵਾਹਿਗੁਰੂ ਦੀ ਬੰਦਗੀ ਦੇ ਵਿੱਚ ਹੀ ਅਭੇਦ ਹੋ ਜਾਂਦਾ ਹੈ। ਕਹਿਣ ਲੱਗੇ ਗੂੰਗਾ ਹੁਆ ਬਾਵਰਾ, ਬਾਵਲਾ ਹੋ ਗਿਆ, ਗੂੰਗਾ ਹੋ ਗਿਆ। ਬਹਿਰਾ ਹੁਆ ਕਾਨ, ਕੰਨਾਂ ਤੋਂ ਸੁਣਨੋਂ ਹਟ ਗਿਆ। ਕਿਹੜਾ? ਸੰਸਾਰਕ ਪਾਸਿਆਂ ਤੋਂ। ਉੱਦਾਂ ਨਹੀਂ ਗੂੰਗਾ ਹੋਇਆ, ਉੱਦਾਂ ਤੇ ਹਰ ਵੇਲੇ ਵਾਹਿਗੁਰੂ 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 ਦੀ ਧੁਨ ਚੱਲ ਰਹੀ ਹੈ, ਕੰਨਾਂ ਦੇ ਨਾਲ ਵੀ ਅਨਹਦ ਨਾਦ ਸੁਣ ਰਹੇ ਹਨ। ਪਰ ਸੰਸਾਰ ਦਾ ਜਿਹੜਾ ਰੌਲਾ ਹੈ, ਉਹ ਸੰਸਾਰ ਦਾ ਰੌਲਾ ਖਤਮ ਹੋ ਗਿਆ। ਪਾਪ ਹੋਤੇ ਪਿੰਗੁਲ ਭਇਆ, ਮਾਰਿਆ ਸਤਿਗੁਰ ਬਾਣ। ਤੇ ਇਹਨਾਂ ਪੈਰਾਂ ਕਰਕੇ ਬੜਾ ਲੰਬਾ ਸਫ਼ਰ ਤੈਅ ਕੀਤਾ, ਦੁਨੀਆ ਦੇ ਵਿੱਚ ਬੜੀ ਦੌੜ ਲਾਈ, ਮਾਇਆ ਦੇ ਜਿਹੜੇ ਪਦਾਰਥ ਨੇ ਇਕੱਠੇ ਕਰਨ ਵਾਸਤੇ ਬੜੀ ਭੱਜ ਦੌੜ ਕੀਤੀ। ਪਰ ਸਤਿਗੁਰੂ ਜੀ ਨੇ ਐਸਾ ਤੀਰ ਮਾਰ ਦਿੱਤਾ ਕਿ ਸੰਸਾਰ ਵਾਲੇ ਪਾਸਿਆਂ ਤੋਂ ਹੁਣ ਸਾਡੇ ਜਿਹੜੇ ਪੈਰ ਨੇ, ਚਰਨ ਹਨ, ਉਹ ਪਿੰਗਲੇ ਹੋ ਗਏ। ਅਸੀਂ ਹੁਣ ਤੁਰ ਨਹੀਂ ਸਕਦੇ, ਸਾਡਾ ਤੇ ਟਿਕਾਣਾ ਇੱਕ ਪਰਮਾਤਮਾ ਦੇ ਵਿੱਚ ਹੀ ਹੋ ਗਿਆ। ਕਬੀਰ ਸਤਿਗੁਰ ਸੂਰਮੇ, ਬਾਹਿਆ ਬਾਣ ਜੋ ਏਕ। ਸਤਿਗੁਰੂ ਨੂੰ ਸੂਰਮਾ ਸ਼ਬਦ ਵਰਤਿਆ ਹੈ। ਕਬੀਰ ਸਾਹਿਬ ਕਹਿਣ ਲੱਗੇ ਉਹ ਬੜਾ ਵੱਡਾ ਸੂਰਮਾ ਹੈ, ਅਕਾਲ ਪੁਰਖ ਵਾਹਿਗੁਰੂ। ਉਸ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਤੀਰ ਵਿੰਨਿਆ, ਸਾਡੇ ਤੇ ਮਾਰਿਆ। ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇਜੇ ਛੇਕ। ਤੇ ਉਹ ਤੀਰ ਦਾ ਅਸਰ ਇਹ ਹੋਇਆ ਕਿ ਤੀਰ ਲੱਗਦਿਆਂ ਸਾਰ ਹੀ ਅਸੀਂ ਭੋਏ ਗਿਰ ਪਰੇ। ਭੋਏ ਗਿਰ ਪਰੇ ਦਾ ਮਤਲਬ ਇਹ ਹੈ ਕਿ ਜੀਵ ਆਪਣੇ ਸੁੱਖ ਆਰਾਮ ਦੇ ਸਾਧਨਾਂ ਨੂੰ ਦੇਖਦਾ ਹੋਇਆ, ਆਪਣੇ ਇਸ ਸਰੀਰ ਨੂੰ ਦੇਖਦਾ ਹੋਇਆ ਕਈ ਵਾਰ ਹਉਮੈ ਦਾ ਸ਼ਿਕਾਰ ਹੋ ਜਾਂਦਾ ਹੈ। ਉਹਨੂੰ ਇੰਜ ਲੱਗਦਾ ਹੈ ਕਿ ਮੈਂ ਦੁਨੀਆ ਤੋਂ ਵੱਖਰਾ ਹਾਂ, ਮੇਰੇ ਤੋਂ ਵੱਡਾ ਹੋਰ ਕੋਈ ਨਹੀਂ, ਮੇਰੇ ਤੋਂ ਸੋਹਣਾ ਕੋਈ ਨਹੀਂ, ਮੇਰੇ ਜਿੰਨਾ ਧਨ ਕਿਸੇ ਕੋਲੇ ਨਹੀਂ, ਮੇਰੇ ਜਿੰਨਾ ਪੜ੍ਹਿਆ ਕੋਈ ਨਹੀਂ। ਇਹ ਜਿਹੜਾ ਹੰਕਾਰ ਹੈ, ਇਹ ਬੰਦੇ ਨੂੰ ਬੜਾ ਉੱਚਾ ਚੱਕ ਦਿੰਦਾ ਹੈ ਆਪਣੇ ਆਪ ਦੇ ਵਿੱਚ, ਪਰ ਖੁਦਾ ਦੀਆਂ ਨਜ਼ਰਾਂ ਦੇ ਵਿੱਚ ਤੇ ਉਹ ਨੀਵਾਂ ਹੀ ਹੁੰਦਾ ਹੈ। ਕਬੀਰ ਸਾਹਿਬ ਕਹਿੰਦੇ ਜਦੋਂ ਇੱਕ ਜਿਗਿਆਸੂ ਦੀ ਅਵਸਥਾ ਇਹ ਬਣਦੀ ਹੈ ਤੇ ਸੂਰਮੇ ਰੂਪ ਸਤਿਗੁਰੂ ਨੇ ਜਦੋਂ ਤੀਰ ਛੱਡਿਆ ਤੇ ਸਾਰੇ ਹਉਮੈ ਹੰਕਾਰ ਆਪਣਤ ਖਤਮ ਹੋ ਗਈ, ਭੋਏ ਗਿਰ ਪਰਿਆ। ਹੁਣ ਧਰਤੀ ਤੇ ਗਿਰ ਗਏ ਤੇ ਹੁਣ ਵਾਹਿਗੁਰੂ ਦਾ ਰੂਪ ਹੀ ਹੋ ਗਏ। ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਬਿਕਾਰ। ਆਕਾਸ਼ ਦੇ ਵਿੱਚੋਂ ਇੱਕ ਨਿਰਮਲ ਬੂੰਦ ਜਦੋਂ ਵਰਖਾ ਹੁੰਦੀ ਹੈ, ਡਿੱਗਦੀ ਹੈ, ਉਹ ਹੈ ਸਵਾਂਤੀ ਬੂੰਦ। ਉਹਦੇ ਪ੍ਰਥਾਏ ਮਹਾਰਾਜ ਜੀ ਗੁਰਬਾਣੀ ਵਿੱਚ ਬਚਨ ਉਚਾਰਨ ਕਰਦੇ ਹਨ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘੈ ਨੂੰ ਫੁਰਮਾਨ ਹੋਆ, ਬਰਸੋ ਕਿਰਪਾ ਧਾਰ। ਕਿਉਂਕਿ ਜਿੰਨਾ ਮਰਜ਼ੀ ਸੰਸਾਰ ਦੇ ਉੱਪਰ ਟੋਬਿਆਂ ਦੇ ਵਿੱਚ, ਸਮੁੰਦਰਾਂ ਦੇ ਵਿੱਚ, ਸਰੋਵਰਾਂ ਦੇ ਵਿੱਚ ਜਲ ਹੋਵੇ, ਬਾਬੀਹੇ ਦੀ ਪਿਆਸ ਨਹੀਂ ਬੁਝਦੀ। ਬਾਬੀਹਾ ਸਵਾਂਤੀ ਬੂੰਦ ਨੂੰ ਪੀ ਕੇ ਹੀ ਤ੍ਰਿਪਤ ਹੁੰਦਾ ਹੈ। ਕਹਿਣ ਲੱਗੇ ਉਹ ਸਵਾਂਤੀ ਬੂੰਦ ਡਿੱਗੀ, ਪਰ ਉਹਨੂੰ ਪੀਣ ਵਾਲਾ ਕੋਈ ਬਬੀਹਾ ਨਹੀਂ ਸੀ। ਉਹ ਜਿਹੜੀ ਬੂੰਦ ਸੀ ਉਹ ਖਰਾਬ ਹੋ ਗਈ। ਇਸ ਦਾ ਦ੍ਰਿਸ਼ਟਾਂਤ ਜੋ ਕਬੀਰ ਸਾਹਿਬ ਜੀ ਸਮਝਾਉਣ ਦਾ ਯਤਨ ਕਰਦੇ ਨੇ। ਕਹਿਣ ਲੱਗੇ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਬੇਕਾਰ। ਹੁਣ ਕਹਿਣ ਲੱਗੇ ਇੱਕ ਬੰਜਰ ਹੈ ਖੇਤੀ, ਤੇ ਜਿਸ ਬੰਜਰ ਖੇਤੀ ਦੇ ਉੱਪਰ ਭਾਵੇਂ ਜਿੰਨਾ ਮਰਜ਼ੀ ਕੀਮਤੀ ਬੀ ਚੰਗੀ ਤਰ੍ਹਾਂ ਉਹਨੂੰ ਵਾਹ ਕੇ ਤਿਆਰ ਕਰਕੇ ਖਾਦਾਂ ਆਦਿ ਪਾ ਕਰਕੇ ਚੰਗਾ ਕੀਮਤੀ ਤੋਂ ਕੀਮਤੀ ਬੀ ਵੀ ਸੁੱਟਿਆ ਜਾਵੇ ਤੇ ਬੰਜਰ ਖੇਤੀ ਦੇ ਵਿੱਚ, ਜ਼ਮੀਨ ਦੇ ਵਿੱਚ ਉਹ ਬੀ ਉੱਗ ਨਹੀਂ ਸਕਦਾ। ਕਬੀਰ ਸਾਹਿਬ ਸਮਝਾਉਂਦੇ ਨੇ ਕਿ ਜਿਨ੍ਹਾਂ ਦੇ ਹਿਰਦੇ ਹਾਲੇ ਬੰਜਰ ਨੇ, ਜਿਨ੍ਹਾਂ ਨੇ ਸੇਵਾ ਸਿਮਰਨ ਨਹੀਂ ਕੀਤਾ, ਜਿਨ੍ਹਾਂ ਨੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨਾ ਸੀ, ਹਾਲੇ ਸੰਸਾਰਕ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਭਟਕੇ ਫਿਰ ਰਹੇ ਹਨ। ਤੇ ਇਹ ਜਿਹੜੀ ਹਿਰਦੇ ਰੂਪੀ ਖੇਤੀ ਹੈ, ਇਹ ਬੰਜਰ ਹੋਈ ਪਈ ਹੈ। ਤੇ ਇਸ ਬੰਜਰ ਖੇਤੀ ਨੂੰ ਵੀ ਗੁਰੂ ਭਾਗ ਲਾ ਦਿੰਦੇ ਨੇ, ਪਰ ਜਿਗਿਆਸੂ ਜਿਹੜਾ ਹੈ ਉਹਦੀ ਇੱਛਾ ਤੇ ਹੋਵੇ ਪ੍ਰਾਪਤ ਕਰਨ ਦੀ। ਮਹਾਰਾਜ ਜੀ ਦੇ ਬਚਨ ਨੇ, ਵਿਣ ਗੁਣ ਗਾਹਕ ਵੇਚੀਐ, ਤਉ ਗੁਣ ਸਹਿਗੋ ਜਾਏ,
ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਕੋਈ। ਕਿਉਂਕਿ ਇਸ ਖਜ਼ਾਨੇ ਨੂੰ ਪ੍ਰਾਪਤ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਕਬੀਰ ਸਾਹਿਬ ਸਿੱਖਿਆ ਦੇ ਰਹੇ ਨੇ ਕਿ ਭਾਈ ਇਹ ਅੰਮਿਓ ਚੱਲੇ ਝਰਨੇ, ਇਹ ਤੇ ਝਰਨੇ ਹਮੇਸ਼ਾ ਚੱਲਦੇ ਹੀ ਰਹਿੰਦੇ ਹਨ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਉਹਨਾਂ ਨੂੰ ਪ੍ਰਾਪਤ ਹੋਵੇਗਾ ਜਿਹੜੇ ਇਸ ਪਾਵਨ ਗੁਰਬਾਣੀ ਦੇ ਲੜ ਲੱਗਣਗੇ, ਤੇ ਜਿਹੜੇ ਨਹੀਂ ਲੱਗੇ ਤੇ ਇਹ ਜਿਹੜੀ ਨਿਰਮਲ ਬੂੰਦ ਹੈ, ਸ਼ਬਦ ਰੂਪੀ ਨਿਰਮਲ ਬੂੰਦ ਹੈ, ਪਰ ਗਈ ਭੂਮ ਬੇਕਾਰ। ਇਹ ਤੇ ਹਮੇਸ਼ਾ ਹੀ ਸ਼ਬਦਾਂ ਦੀ ਜਿਹੜੀ ਵਰਖਾ ਹੈ, ਅੰਮ੍ਰਿਤਮਈ ਕਣੀਆਂ ਦੀ ਵਰਖਾ ਹੁੰਦੀ ਰਹਿੰਦੀ ਹੈ। ਜਿਹੜੇ ਜਗਿਆਸੂ ਹਨ ਉਹ ਪ੍ਰਾਪਤ ਕਰਕੇ ਲਾਹਾ ਲੈ ਜਾਂਦੇ ਹਨ, ਨਹੀਂ ਤੇ ਫਿਰ ਜਿਹੜਾ ਸਮਾਂ ਬਰਬਾਦ ਹੀ ਹੈ। ਬਿਨ ਸੰਗਤ ਇਉ ਮਾਨਈ, ਹੋਏ ਗਈ ਭੱਠ ਛਾਰ। ਕਬੀਰ ਸਾਹਿਬ ਕਹਿਣ ਲੱਗੇ ਹੁਣ ਦੇਖੋ, ਜਿਵੇਂ ਕੋਈ ਵਸਤੂ ਭੱਠ ਦੇ ਵਿੱਚ ਡਿੱਗ ਜਾਵੇ, ਬਲਦੀ ਹੋਈ ਅੱਗ ਦੇ ਵਿੱਚ ਡਿੱਗ ਜਾਵੇ ਤੇ ਉਹ ਸੜ ਕੇ ਸਵਾਹ ਹੋ ਜਾਂਦੀ ਹੈ। ਇਸੇ ਤਰ੍ਹਾਂ ਕਹਿਣ ਲੱਗੇ ਇਹ ਜਿਹੜਾ ਜੀਵ ਹੈ, ਵਾਹਿਗੁਰੂ ਦੇ ਸੇਵਾ ਸਿਮਰਨ ਤੋਂ ਬਗੈਰ ਜਿਹੜਾ ਹਿਰਦਾ ਹੈ ਉਹ ਬੰਜਰ ਹੋਇਆ ਪਿਆ ਹੈ। ਤੇ ਜਿੰਨਾ ਸਮਾਂ ਸਤ ਸੰਗਤ ਨਹੀਂ ਕਰੇਗਾ, ਸੇਵਾ ਸਿਮਰਨ ਨਹੀਂ ਕਰੇਗਾ, ਸੰਗਤਾਂ ਦੇ ਚਰਨਾਂ ਦੀ ਧੂੜ ਨਹੀਂ ਬਣੇਗਾ, ਉਹਨਾਂ ਸਮਾਂ ਬਖਸ਼ਿਸ਼ਾਂ ਦਾ ਪਾਤਰ ਨਹੀਂ ਬਣ ਸਕਦਾ। ਜਿਹੜੀ ਅੰਮ੍ਰਿਤ ਬੂੰਦ ਸ਼ਬਦ ਰੂਪੀ ਬੂੰਦ ਨੇ ਆ ਕੇ ਹਿਰਦੇ ਦੇ ਵਿੱਚ ਸਿੰਜਣਾ ਸੀ, ਇਹ ਕਲਰਾ ਜਿਹੜੀ ਖੇਤੀ ਸੀ, ਇਹਨੂੰ ਕਲਰਾ ਨੂੰ ਖਤਮ ਕਰਕੇ ਇਹਦੇ ਅੰਦਰ ਨਾਮ ਦਾ ਬੀਜ ਬੀਜਣਾ ਸੀ, ਉਹਨਾਂ ਸਮਾਂ ਉਹ ਪਾਤਰ ਨਹੀਂ ਬਣ ਸਕਦਾ ਜਿੰਨਾ ਸਮਾਂ ਉਹਦੇ ਅੰਦਰੋਂ ਇਹ ਆਵਾਜ਼, ਅੰਦਰੋਂ ਇਹ ਪ੍ਰੇਮ ਨਹੀਂ ਜਾਗੇਗਾ। ਕਬੀਰ ਨਿਰਮਲ ਬੂੰਦ ਆਕਾਸ਼ ਕੀ, ਲੀਨੀ ਭੂਮ ਮਿਲਾਏ। ਹੁਣ ਉਹਨਾਂ ਜਗਿਆਸੂਆਂ ਦਾ ਜ਼ਿਕਰ ਕਰਦੇ ਨੇ, ਕਹਿਣ ਲੱਗੇ ਜਿਹੜੇ ਜਗਿਆਸੂ ਹਮੇਸ਼ਾ ਇਸ ਝਾਕ ਦੇ ਵਿੱਚ ਬੈਠੇ ਹੁੰਦੇ ਹਨ ਕਿ ਸਾਨੂੰ ਕਦੋਂ ਉਹ ਬਖਸ਼ਿਸ਼ ਪ੍ਰਾਪਤ ਹੋਵੇ, ਤੇ ਇਹ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ। ਉਹਨਾਂ ਨੇ ਆਪਣੇ ਹਿਰਦੇ ਰੂਪੀ ਜਿਹੜੀ ਖੇਤੀ ਹੈ ਜੋ ਤਿਆਰ ਹੋਈ ਪਈ ਹੈ, ਜੋ ਸੇਵਾ ਸਿਮਰਨ ਕਰਕੇ ਹਿਰਦਾ ਬਿਲਕੁਲ ਨਿਰਮਲ ਹੋਇਆ ਪਿਆ ਹੈ, ਸ਼ੁੱਧ ਹੋਇਆ ਪਿਆ ਹੈ, ਉਹ ਉਡੀਕਦੇ ਨੇ ਕਦੋਂ ਵਾਰੀ ਆਵੇ, ਕਦੋਂ ਸਮਾਂ ਆਵੇ, ਇਹ ਬਖਸ਼ਿਸ਼ਾਂ ਸਾਡੇ ਤੇ ਹੋਣ। ਉਹਨਾਂ ਨੇ ਇਹ ਜਿਹੜੀ ਬੂੰਦ ਹੈ ਆਪਣੇ ਹਿਰਦੇ ਦੇ ਵਿੱਚ ਵਸਾ ਲਈ। ਅਨਕ ਸਿਆਣੇ ਪਚ ਗਏ, ਨਾ ਨਿਰਵਾਰੀ ਜਾਏ। ਕਹਿਣ ਲੱਗੇ ਜਿਹੜੇ ਬਹੁਤੇ ਸਿਆਣੇ ਬਣਦੇ ਸਨ ਉਹ ਤੇ ਪਚ ਗਏ, ਉਹ ਤੇ ਖਤਮ ਹੋ ਗਏ ਸੰਸਾਰ ਦੇ ਝਮੇਲਿਆਂ ਦੇ ਵਿੱਚ, ਗਿਣਤੀਆਂ ਮਿਣਤੀਆਂ ਦੇ ਵਿੱਚ। ਉਹਨਾਂ ਨੂੰ ਇਸ ਬੂੰਦ ਦੀ ਪ੍ਰਾਪਤੀ ਨਹੀਂ ਹੋਈ, ਕਿਉਂਕਿ ਇਸ ਅਵਸਥਾ ਦਾ ਜਿਹੜਾ ਮਾਲਕ ਉਹ ਹੀ ਹੋ ਸਕਦਾ ਹੈ ਜਿਹੜਾ ਆਪਣਾ ਆਪ ਤਿਆਗ ਦਿੰਦਾ ਹੈ। ਤੇ ਜਿਹੜਾ ਸੇਵਾ ਕਰਦਿਆਂ ਹੋਇਆਂ ਵੀ ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ। ਮਹਾਰਾਜ ਜੀ ਕਹਿੰਦੇ ਗੱਲਾਂ ਬਾਤਾਂ ਬਹੁਤ ਕਰਦਾ ਹੈ, ਸੇਵਾ ਵੀ ਕਰਦਾ ਹੈ, ਪਰ ਨਾਲ ਆਪਣੀਆਂ ਸਿਆਣਪਾਂ ਵੀ ਘੋਟਦਾ ਹੈ। ਮਹਾਰਾਜ ਜੀ ਕਹਿੰਦੇ ਸਹਿਸ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਤੇ ਉਹਨਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਜਿਹੜੇ ਜਗਿਆਸੂ ਰੂਪ ਹਨ ਕੇਵਲ ਉਹਨਾਂ ਨੂੰ ਹੀ ਪ੍ਰਾਪਤੀ ਹੁੰਦੀ ਹੈ। ਕਬੀਰ ਹਜ ਕਾਬੇ ਹੋ ਜਾਏ ਥਾ, ਆਗੇ ਮਿਲਿਆ ਖੁਦਾਏ। ਕਬੀਰ ਸਾਹਿਬ ਕਹਿਣ ਲੱਗੇ ਅਸੀਂ ਸੰਕਲਪ ਕਰਕੇ, ਕਿਉਂਕਿ ਬੜੇ ਜੋਗੀ ਜਨ, ਬੜੇ ਤਪਸਵੀ ਸਾਧੂ ਜਿਹੜੇ ਨੇ ਉਹ ਸਰੀਰ ਕਰਕੇ ਕਦੇ ਤੀਰਥਾਂ ਤੇ ਕਦੇ ਜਾਂਦੇ ਨੇ, ਬਹੁਤ ਘੱਟ ਜਾਂਦੇ ਨੇ। ਉਹ ਧਿਆਨ ਦੇ ਨਾਲ, ਸੁਰਤੀ ਦੇ ਨਾਲ, ਸੰਕਲਪ ਦੇ ਨਾਲ ਤੀਰਥਾਂ ਦੇ ਇਸ਼ਨਾਨ ਕਰ ਆਉਂਦੇ ਨੇ। ਧਿਆਨ ਦਾ ਜ਼ਿਕਰ ਗੁਰਬਾਣੀ ਵਿੱਚ ਬੜੀ ਵਾਰ ਆਇਆ। ਕੂੰਜ ਦਾ ਮਹਾਰਾਜ ਨੇ ਉਦਾਹਰਨ ਲਿਆ, ਊਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਉਹ ਮਨ ਵਿੱਚ ਯਾਦ ਕਰਦੀ ਹੈ, ਧਿਆਨ ਧਰਦੀ ਆਪਣੇ ਬੱਚਿਆਂ ਦਾ, ਤੇ ਹਜ਼ਾਰਾਂ ਮੀਲਾਂ ਦੂਰ ਕੂੰਜ ਜਿਹੜੀ ਖੁਰਾਕ ਖਾਂਦੀ ਹੈ ਬੱਚਿਆਂ ਤੱਕ ਖੁਰਾਕ ਦਾ ਅਸਰ ਜਾਂਦਾ ਹੈ। ਧਿਆਨ ਦਾ ਜ਼ਿਕਰ ਕੀਤਾ ਗਿਆ ਹੈ। ਤੇ ਮਹਾਰਾਜ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ ਹਜ ਕਾਬੈ ਹੋ ਜਾਏ ਥਾ, ਕਿ ਅਸੀਂ ਇਹਨਾਂ ਪਾਵਨ ਸਥਾਨਾਂ ਦੇ ਉੱਪਰ ਹਜ ਕਰਨ ਵਾਸਤੇ ਕਾਬੇ ਦੀ ਉਹ ਪਵਿੱਤਰ ਧਰਤੀ, ਪੈਗੰਬਰ ਮੁਹੰਮਦ ਸਾਹਿਬ ਦਾ ਜਿੱਥੇ ਜਨਮ ਹੋਇਆ, ਉਸ ਧਰਤੀ ਤੇ ਅਸੀਂ ਸੰਕਲਪ ਕਰਕੇ ਗਏ। ਸਾਈਂ ਮੁਝ ਸਿਓ ਲੜ ਪਰਿਆ, ਤੁਝੈ ਕਿਨ ਫਰਮਾਈ ਗਾਏ। ਕਬੀਰ ਸਾਹਿਬ ਕਹਿਣ ਲੱਗੇ ਖੁਦਾ ਮੇਰੇ ਨਾਲ ਲੜ ਪਿਆ। ਗਾਏ ਦਾ ਅਰਥ ਹੈ ਗੱਲ,
ਕਿ ਤੈਨੂੰ ਕਿਹਨੇ ਇਹ ਗੱਲ ਸਮਝਾਈ, ਤੈਨੂੰ ਕਿਹਨੇ ਇਹ ਸਿੱਖਿਆ ਦਿੱਤੀ ਕਿ ਤੂੰ ਇੱਥੇ ਚੱਲ ਕੇ ਆ। ਕਬੀਰ ਹਜ ਕਾਬੈ ਹੋਏ ਗਿਆ, ਕੀਤੀ ਬਾਰ ਕਬੀਰ। ਕਬੀਰ ਸਾਹਿਬ ਕਹਿੰਦੇ ਸੰਕਲਪ ਕਰਕੇ, ਜਦੋਂ ਵੀ ਭਗਤਾਂ ਦੇ ਮਨ ਵਿੱਚ ਸੰਕਲਪ ਬਣਦਾ ਹੈ ਤੇ ਉਦੋਂ ਹੀ, ਕਿਉਂਕਿ ਸੁਰਤੀ ਟਿਕੀ ਹੋਣ ਕਰਕੇ ਇਕਾਗਰਤਾ ਦੇ ਨਾਲ ਇੱਕ ਛਿਨ ਮਾਤਰ ਸਮੇਂ ਦੇ ਵਿੱਚ ਉਹ ਦਰਸ਼ਨ ਕਰ ਆਉਂਦੇ ਨੇ। ਕਬੀਰ ਸਾਹਿਬ ਕਹਿੰਦੇ ਪਤਾ ਹੀ ਨਹੀਂ ਅਸੀਂ ਕਿੰਨੀ ਕੁ ਵਾਰ ਹਜ ਕਾਬੇ ਦੇ ਤੀਰਥ ਦਰਸ਼ਨ ਕੀਤੇ। ਸਾਈਂ ਮੁਝ ਮਹਿ ਕਿਆ ਖਤਾ, ਮੁਖ ਹੋ ਨਾ ਬੋਲੇ ਪੀਰ। ਕਬੀਰ ਸਾਹਿਬ ਕਹਿਣ ਲੱਗੇ ਮੈਂ ਖੁਦਾ ਨੂੰ ਕਿਹਾ, ਹੈ ਖੁਦਾ ਮੇਰੇ ਤੋਂ ਕੀ ਗਲਤੀ ਹੋਈ, ਮੇਰੇ ਤੋਂ ਕੀ ਗੁਨਾਹ ਹੋਇਆ, ਮੈਂ ਕਿੰਨੀ ਵਾਰ ਤੁਹਾਡੇ ਦਰਸ਼ਨ ਦੀਦਾਰ ਕੀਤੇ ਪਰ ਤੁਸੀਂ ਮੁਖੋਂ ਕਿਉਂ ਨਹੀਂ ਬੋਲਦੇ, ਤੁਸੀਂ ਕਿਉਂ ਮੇਰੇ ਨਾਲ ਕੋਈ ਬਚਨ ਨਹੀਂ ਕਰਦੇ। ਕਬੀਰ ਜੀ ਜੋ ਮਾਰ ਹੈ ਜੋਰ ਕਰ, ਕਹਤੇ ਹੈ ਜੋ ਹਲਾਲ। ਕਬੀਰ ਸਾਹਿਬ ਕਹਿਣ ਲੱਗੇ ਜਿਹੜੇ ਮਨੁੱਖ ਜੀਵ ਹੱਤਿਆ ਕਰਦੇ ਨੇ, ਆਪਣੇ ਜ਼ੁਬਾਨ ਦੇ ਸਵਾਦ ਕਰਕੇ ਮਾਸ ਆਦਿ ਖਾਂਦੇ ਨੇ। ਇਹ ਬੜਾ ਵੱਡਾ ਵਿਸ਼ਾ ਸਿੱਖ ਪੰਥ ਦੇ ਵਿੱਚ ਹੈ ਕਿ ਮਾਸ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ। ਜੇ ਗੁਰਬਾਣੀ ਦੇ ਅਨੁਸਾਰ ਆਪਾਂ ਦੇਖੀਏ, ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਸਾਨੂੰ ਇਹੋ ਹੀ ਸਿੱਖਿਆ ਦਿੰਦੇ ਨੇ ਕਿ ਭਾਈ, ਹੁਣ ਭਗਤ ਕਬੀਰ ਸਾਹਿਬ ਦੇ ਸ਼ਲੋਕਾਂ ਨੂੰ ਹੀ ਆਪਾਂ ਦੇਖੀਏ, ਕਬੀਰ ਸਾਹਿਬ ਨੇ ਪਿੱਛੇ ਵੀ ਬਚਨ ਕੀਤੇ ਨੇ, ਇੱਥੇ ਫਿਰ ਦੁਹਰਾ ਕਰ ਰਹੇ ਨੇ। ਕਹਿਣ ਲੱਗੇ ਜਿਹੜੇ ਜੀਆਂ ਨੂੰ ਮਾਰਦੇ ਹਨ ਤੇ ਅੱਗੇ ਜਦੋਂ ਦਰਗਾਹ ਦੇ ਵਿੱਚ ਲੇਖਾ ਹੋਣਾ ਹੈ ਤੇ ਉੱਥੇ ਫਿਰ ਜਿਹੜਾ ਕੀ ਜਵਾਬ ਹੋਵੇਗਾ। ਬੜੇ ਜਿਹੜੇ ਸਾਡੇ ਵਿਦਵਾਨ ਨੇ ਇਸ ਵਿਸ਼ੇ 'ਤੇ ਬੋਲਣ ਲੱਗਿਆਂ ਡਰਦੇ ਵੀ ਨੇ ਕਿ ਜੇ ਅਸੀਂ ਕਹਿਤਾ ਖਾਣਾ ਹੈ ਤੇ ਜਿਹੜਾ ਅੱਧਾ ਧੜਾ ਉਹ ਸਾਡੇ ਖਿਲਾਫ ਹੋ ਜਾਏਗਾ, ਜੇ ਕਹਿਤਾ ਨਹੀਂ ਖਾਣਾ ਫਿਰ ਜਿਹੜੇ ਖਾਣ ਵਾਲੇ ਉਹ ਕਹਿਣਗੇ ਜੀ ਆਹ ਦੇਖੋ ਆਹ ਦਲੀਲਾਂ, ਸਿੰਘ ਨਾਮ ਸ਼ੇਰ ਦਾ ਹੈ ਤੇ ਸ਼ੇਰ ਜਿਹੜਾ ਹੈ ਜਿਹਦੇ ਦੰਦ ਲੱਗੇ ਨੇ ਉਹ ਮਾਸਹਾਰੀ ਹੈ। ਨਹੀਂ ਗੁਰਮੁਖੋ, ਜਿਹਨੇ ਮਾਸ ਖਾਣਾ ਹੈ ਉਹਨੂੰ ਭਾਵੇਂ ਹਜ਼ਾਰਾਂ ਦਲੀਲਾਂ ਪੇਸ਼ ਕਰ ਦਿਓ ਉਹ ਖਾਣੋਂ ਨਹੀਂ ਹਟੇਗਾ, ਤੇ ਜਿਹਨੇ ਨਹੀਂ ਖਾਣਾ ਉਹਦੇ ਸਾਹਮਣੇ ਭਾਵੇਂ ਜਿੰਨੀਆਂ ਮਰਜ਼ੀ ਦਲੀਲਾਂ ਪੇਸ਼ ਕਰ ਦਿਓ ਕਿ ਖਾਣਾ ਚਾਹੀਦਾ ਹੈ ਸਿੰਘ ਨੂੰ, ਉਹ ਕਹੇਗਾ ਜੀ ਨਹੀਂ ਖਾਣਾ। ਅਸਲ ਵਿੱਚ ਜੇ ਆਪਾਂ ਜੰਗਾਂ ਯੁੱਧਾਂ ਦਾ ਸਮਾਂ ਦੇਖੀਏ, ਮਹਾਰਾਜ ਸੱਚੇ ਪਾਤਸ਼ਾਹ ਦਾ ਜਾਂ ਉਸ ਤੋਂ ਬਾਅਦ ਸਿੰਘਾਂ ਦਾ 18ਵੀਂ ਸਦੀ ਦਾ, ਉਹ ਸਮਾਂ ਬੜਾ ਭਿਆਨਕ ਸੀ ਸਾਡੇ ਲਈ। ਸਾਰੇ ਪਾਸੇ ਵੈਰੀਆਂ ਨੇ ਸਾਨੂੰ ਘੇਰਿਆ ਹੋਇਆ ਸੀ, ਖਾਣੇ ਦੇ ਸਾਰੇ ਪ੍ਰਬੰਧ ਸਾਡੇ ਖਤਮ ਹੋ ਜਾਂਦੇ ਸਨ, ਕਿਉਂਕਿ ਸਿੱਖ ਪੰਥ ਦਾ ਇੱਕ ਸਿਧਾਂਤ ਹੈ ਵੰਡ ਕੇ ਛਕਣ ਦਾ। ਤੇ ਜਦੋਂ ਲੰਗਰ ਪ੍ਰਸ਼ਾਦੇ ਤਿਆਰ ਹੁੰਦੇ, ਰਤਨ ਸਿੰਘ ਭੰਗੂ ਹੁਣਾਂ ਨੇ ਬੜਾ ਸੁੰਦਰ ਲਿਖਿਆ ਪੰਥ ਪ੍ਰਕਾਸ਼ ਦੇ ਵਿੱਚ, ਪ੍ਰਸ਼ਾਦਾ ਤਿਆਰ ਕਰਨਾ ਤੇ ਸਿੰਘਾਂ ਨੇ ਆਵਾਜ਼ ਦੇਣੀ, ਉੱਚੀ ਆਵਾਜ਼ ਵਿੱਚ ਬੋਲਣਾ, ਦੇਤ ਆਵਾਜ਼ਾ ਭੁੱਖਾ ਕੋਈ, ਆਵਹੋ ਦੇਗ ਤਿਆਰ ਗੁਰ ਹੋਈ। ਉੱਚੀ ਆਵਾਜ਼ ਦੇਣੀ। ਤੇ ਕਹਿੰਦੇ ਕਈ ਵਾਰ ਐਸਾ ਹੋਇਆ ਕਿ ਮੁਸਲਮਾਨ ਜਿਨ੍ਹਾਂ ਨਾਲ ਦਿਨੇ ਜੰਗ ਹੁੰਦਾ ਸੀ ਉਹ ਲੰਗਰ ਛਕਣ ਆ ਜਾਂਦੇ ਸੀ, ਤੇ ਲੰਗਰ ਉਹਨਾਂ ਨੇ ਛਕ ਜਾਣਾ। ਉਦੋਂ ਕੋਈ ਵੈਰ ਭਾਵ ਨਹੀਂ ਰੱਖਣਾ, ਉਦੋਂ ਗੁਰੂ ਦੇ ਸਿਧਾਂਤ ਨੂੰ ਯਾਦ ਰੱਖਣਾ, ਤੇ ਲੰਗਰ ਮਸਤਾਨੇ ਵੀ ਹੋ ਜਾਂਦੇ ਸਨ। ਉਹਨਾਂ ਸਮਿਆਂ ਦੇ ਵਿੱਚ ਜਦੋਂ ਸਿੰਘਾਂ ਨੂੰ ਮੁਸ਼ਕਲ ਬਣੀ, ਖਾਣ ਲਈ ਕੋਈ ਸਾਧਨ ਨਹੀਂ ਸਨ, ਉਦੋਂ ਫਿਰ ਸਿੰਘਾਂ ਨੇ ਝਟਕਾ ਕੀਤਾ ਤੇ ਸਿੰਘਾਂ ਨੇ ਮਾਸ ਆਦਿ ਛਕਿਆ। ਕੱਲਾ ਮਾਸ ਨਹੀਂ ਛਕਿਆ, ਜੇ ਅਸੀਂ ਇਹ ਗੱਲ ਕਰਦੇ, ਸਿੰਘਾਂ ਨੇ ਜੰਗਲਾਂ ਦੇ ਵਿੱਚ ਪੱਤੇ ਵੀ ਖਾਧੇ, ਸੱਕ ਵੀ ਖਾਧੇ, ਉਹ ਤੇ ਅਸੀਂ ਖਾਂਦੇ ਨਹੀਂ, ਅਸੀਂ ਕੇਵਲ ਮਾਸ ਖਾਣ ਤੇ ਹੋ ਗਏ। ਮਾਫ ਕਰਨਾ, ਇਹ ਕੇਵਲ ਉਸ ਵੇਲੇ ਸਾਡੀ ਜ਼ਰੂਰਤ ਸੀ, ਸਿੰਘਾਂ ਨੂੰ ਜ਼ਰੂਰਤ ਸੀ, ਜੰਗਲਾਂ ਬੇਲਿਆਂ ਦੇ ਵਿੱਚ ਰਹਿੰਦੇ ਸਨ। ਅੱਜ ਸਾਡੇ ਕੋਲੇ 36 ਪ੍ਰਕਾਰ ਦੇ ਭੋਜਨ ਨੇ, ਉਹਨਾਂ ਨੂੰ ਖਾਇਆ ਜਾ ਸਕਦਾ ਹੈ। ਕਬੀਰ ਸਾਹਿਬ ਸਾਨੂੰ ਇਹੋ ਹੀ ਸਮਝਾ ਰਹੇ ਨੇ ਕਿ ਭਾਈ ਜਿਹੜਾ ਤੁਸੀਂ ਹਲਾਲ ਸ਼ਬਦ ਦਾ ਅਰਥ ਹੈ ਪਵਿੱਤਰ ਕਰਨਾ, ਕਿ ਇਹਨੂੰ ਤੁਸੀਂ ਕਹਿੰਦੇ ਹੋ ਕਿ ਅਸੀਂ ਪਵਿੱਤਰ ਕਰਕੇ ਖਾਂਦੇ ਹਾਂ, ਪਰ ਜਦੋਂ ਉਸ ਦਰਗਾਹ ਦੇ ਵਿੱਚ ਗਏ ਤੇ ਉਦੋਂ ਫਿਰ ਜਿਹੜਾ ਲੇਖਾ ਹੈ ਉਹ ਤੁਹਾਡੇ ਨਾਲ ਹੋਣਾ ਹੈ, ਉਦੋਂ ਕੀ ਜਵਾਬ ਹੋਵੇਗਾ। ਦਫ਼ਤਰ ਦਈ ਜਬ ਕਾਢ ਹੈ, ਹੋਏਗਾ ਕੌਣ ਹਵਾਲ। ਜਦੋਂ ਉਸ ਸੱਚੀ ਦਰਗਾਹ ਦੇ ਵਿੱਚ ਤੁਹਾਨੂੰ ਕੱਢ ਦਿੱਤਾ
ਸਾਹਮਣੇ ਕੱਢ ਕੇ ਸਵਾਲ ਜਵਾਬ ਹੋਣ ਲੱਗੇ, ਉਦੋਂ ਤੁਹਾਡਾ ਹਵਾਲਾ ਕੌਣ ਦੇਵੇਗਾ, ਤੁਹਾਡੀ ਗਵਾਹੀ ਕੌਣ ਭਰੇਗਾ? ਤੁਸੀਂ ਜੀਵਾਂ ਦੇ ਨਾਲ ਅਤਿਆਚਾਰ ਕੀਤਾ, ਜੀਵਾਂ ਦੇ ਨਾਲ ਤੁਸੀਂ ਜੀਵਾਂ ਨੂੰ ਵੱਧ ਕੀਤਾ, ਉਹਨਾਂ ਨੂੰ ਮਾਰਿਆ। ਕਬੀਰ ਜੋਰ ਕੀਆ ਸੋ ਜ਼ੁਲਮ ਹੈ, ਲੈ ਜਵਾਬ ਖੁਦਾਏ। ਕਹਿੰਦੇ ਜੇ ਤੁਸੀਂ ਜ਼ੋਰ ਕਰਦੇ ਹੋ ਕਿਸੇ ਨਿਹੱਥੇ ਤੇ, ਕਿਸੇ ਗਰੀਬ ਦੇ ਉੱਪਰ, ਇਹ ਕਹਿੰਦੇ ਜ਼ੁਲਮ ਹੈ ਤੇ ਇਹਦਾ ਜਿਹੜਾ ਜਵਾਬ ਹੈ ਖੁਦਾ ਨੇ ਲੈਣਾ ਹੈ। ਇਸੇ ਤਰ੍ਹਾਂ ਕਿਸੇ ਜਾਨਵਰ ਨੂੰ ਫੜ ਕਰਕੇ ਮਾਰ ਦੇਣਾ, ਇਹ ਵੀ ਜ਼ੋਰ ਕਰਨਾ ਹੈ, ਕਿਉਂਕਿ ਉਹ ਗਰੀਬ ਹੈ, ਉਹ ਬੇਸਮਝ ਹੈ, ਉਹਨੂੰ ਫੜ ਕੇ ਤੁਸੀਂ ਮਾਰ ਦਿੰਦੇ ਹੋ। ਕਬੀਰ ਸਾਹਿਬ ਕਹਿਣ ਲੱਗੇ ਇਹਦਾ ਵੀ ਤੁਹਾਨੂੰ ਲੇਖਾ ਦੇਣਾ ਪਵੇਗਾ। ਦਫਤਰ ਲੇਖਾ ਨੀਕਸੈ, ਮਾਰ ਮੁਹਿ ਮੁਹਿ ਖਾਏ। ਕਬੀਰ ਸਾਹਿਬ ਹੁਣ ਬ੍ਰਹਮ ਗਿਆਨ ਦੀ ਅਵਸਥਾ, ਪ੍ਰਮਾਤਮਾ ਦਾ ਸਰੂਪ ਹੈ, ਭਗਤਾਂ ਦੀ ਉਪਾਧੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਉਹਨਾਂ ਨੂੰ ਮਿਲੀ ਹੋਈ ਹੈ। ਕਬੀਰ ਸਾਹਿਬ ਕਹਿਣ ਲੱਗੇ ਦਫ਼ਤਰ ਉਸ ਸੱਚੀ ਦਰਗਾਹ ਦੇ ਵਿੱਚ ਜਦੋਂ ਲੇਖਾ ਹੋਇਆ, ਜਦੋਂ ਹਿਸਾਬ ਹੋਇਆ, ਉਦੋਂ ਤੁਹਾਡੇ ਮੂੰਹ ਤੇ ਚਪੇੜਾਂ ਪੈਣਗੀਆਂ। ਮਾਰ ਮੋਹੇ ਮੋਹੇ ਪਾਏ, ਮੂੰਹ ਤੇ ਚਪੇੜਾਂ ਵੱਜਣਗੀਆਂ, ਭਾਵ ਚੋਟਾਂ ਵੱਜਣਗੀਆਂ, ਤੁਸੀਂ ਇਹ ਮਾੜੇ ਕਰਮ ਕਰ ਰਹੇ ਹੋ। ਕਬੀਰ ਲੇਖਾ ਦੇਨਾ ਸੁਹੇਲਾ, ਜੋ ਜ਼ੁਲਮ ਕਬੀਰ ਲੇਖਾ ਦੇਨਾ ਸੁਹੇਲਾ, ਜੋ ਦਿਲ ਸੂਚੀ ਹੋਏ। ਕਬੀਰ ਸਾਹਿਬ ਕਹਿਣ ਲੱਗੇ ਲੇਖਾ ਦੇਣਾ ਸੁਹੇਲਾ, ਸੁਚੱਜਾ ਹੈ ਜੇ ਦਿਲ ਸੁੱਚਾ ਹੋਵੇ, ਦਿਲ ਦੇ ਵਿੱਚ ਕੋਈ ਛਲ ਕਪਟ ਵੈਰ ਭਾਵਨਾ ਹੋਵੇ, ਕੋਈ ਇਸ ਤਰ੍ਹਾਂ ਦੇ ਪਾਪ ਨਾ ਕੀਤੇ ਜਾਣ, ਜੀਵ ਹੱਤਿਆ ਨਾ ਕੀਤੀ ਹੋਵੇ। ਜਦੋਂ ਉਸ ਸੱਚੀ ਦਰਗਾਹ ਦੇ ਵਿੱਚ ਲੇਖਾ ਦੇਣਾ ਪਵੇ ਤੇ ਉਦੋਂ ਮਨ ਵਿੱਚ ਕੋਈ ਡਰ ਭੈ ਨਾ ਹੋਵੇ। ਉਸ ਸਾਚੇ ਦੀ ਬਾਣ ਮਹਿ, ਪੱਲਾ ਨਾ ਪਕੜੈ ਕੋਈ। ਕਹਿੰਦੇ ਉਸ ਸੱਚੇ ਦੀਵਾਨ ਦੇ ਵਿੱਚ, ਦੁਨੀਆ ਦੇ ਜਿਹੜੇ ਦੀਵਾਨ ਨੇ ਉਹ ਝੂਠੇ ਹੋ ਸਕਦੇ ਨੇ, ਕਿਉਂਕਿ ਉੱਥੇ ਗਾਹਕਾਂ ਨੂੰ ਖਰੀਦਿਆ ਜਾ ਸਕਦਾ ਹੈ, ਗਵਾਹਾਂ ਨੂੰ ਖਰੀਦਿਆ ਜਾ ਸਕਦਾ ਹੈ, ਕਿਸੇ ਨੂੰ ਮੁਕਰਾਇਆ ਜਾ ਸਕਦਾ ਹੈ, ਪੈਸੇ ਦੇ ਕੇ ਹੇਰਾ ਫੇਰੀ, ਬੜਾ ਕੁਛ ਆਪਣੇ ਸਾਹਮਣੇ ਹੀ ਹੈ। ਕਿੱਡੇ ਕਿੱਡੇ ਜਿਹੜੇ ਕੇਸ ਨੇ ਉਹ ਰਫਾ ਦਫਾ ਹੋ ਜਾਂਦੇ ਨੇ। ਪਰ ਉਸ ਸੱਚੀ ਦਰਗਾਹ ਦੇ ਵਿੱਚ ਜਿਹੜਾ ਹੈ ਉਹ ਸੱਚਾ ਹੀ ਨਿਆਂ ਹੁੰਦਾ ਹੈ, ਤੇ ਉੱਥੇ ਤੇਰੇ ਝੂਠ ਦਾ ਪਾਜ ਲੁਕਾਉਣ ਵਾਸਤੇ ਕਿਸੇ ਨੇ ਤੇਰਾ ਪੱਲਾ ਨਹੀਂ ਫੜਨਾ, ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ। ਕਬੀਰ ਧਰਤੀ ਅਰ ਆਕਾਸ ਮਹਿ, ਦੋਏ ਤੂੰ ਬਰੀ ਅਬਦ। ਭਗਤ ਕਬੀਰ ਸਾਹਿਬ ਜੀ ਕਹਿੰਦੇ ਧਰਤੀ ਤੇ ਆਕਾਸ਼, ਆਕਾਸ਼ ਉੱਚਾ ਹੈ, ਧਰਤੀ ਨੀਵੀਂ ਹੈ, ਦੋਏ ਤੂੰ ਬਰੀ ਅਬਦ। ਇਹਨਾਂ ਦੋਨਾਂ ਦੇ ਵਿੱਚ ਮਾਇਆ ਨੂੰ ਕਹਿ ਰਹੇ ਨੇ, ਪਹਿਲੇ ਅਰਥ ਵਿੱਚ ਪਰਮਾਤਮਾ ਨੂੰ ਕਹਿ ਰਹੇ ਨੇ ਕਿ ਹੇ ਪਰਮਾਤਮਾ ਤੁਸੀਂ ਸਾਰੇ ਕਿਤੇ ਰਮੇ ਹੋਏ ਹੋ, ਧਰਤੀ ਤੇ ਵੀ, ਆਕਾਸ਼ ਵਿੱਚ, ਹਰ ਇੱਕ ਥਾਂ ਤੇ ਜਲੇ ਹਰੀ ਥਲੇ ਹਰੀ। ਦੂਸਰੇ ਅਰਥਾਂ ਵਿੱਚ ਮਾਇਆ ਜੋ ਪਰਮਾਤਮਾ ਦੀ ਹੀ ਬਣਾਈ ਹੋਈ ਹੈ, ਹੇ ਅਬਦ ਰੂਪ, ਤੈਨੂੰ ਕਿਸੇ ਨੇ ਕੋਈ ਤੈਨੂੰ ਰੋਕ ਨਹੀਂ ਸਕਦਾ, ਤੂੰ ਸਾਰਿਆਂ ਦੇ ਉੱਪਰ ਅਮਰ ਹੈ। ਹੇ ਮਾਇਆ, ਤੂੰ ਧਰਤੀ ਤੋਂ ਲੈ ਕੇ ਆਕਾਸ਼ ਤੱਕ ਹਰ ਇੱਕ ਥਾਂ ਤੇ ਤੇਰਾ ਜ਼ੋਰ ਹੈ। ਖਟ ਦਰਸ਼ਨ ਸੰਸੇ ਪਰੇ, ਅਰ 84 ਸਿੱਧ। 84 ਸਿੱਧ ਤੇ ਖਟ ਦਰਸ਼ਨ, ਜਿਹੜੇ 6 ਸ਼ਾਸਤਰ ਮੰਨੇ ਗਏ ਨੇ, ਯੋਗ ਪਤੰਜਲ ਆਦਿ, ਇਹ ਵੀ ਤੇਰੇ ਕਰਕੇ ਜਿਹੜੇ ਭੁਲੇਖਿਆਂ ਦੇ ਵਿੱਚ ਹੀ ਪਏ ਹੋਏ ਹਨ। ਤੇ 84 ਸਿੱਧ ਭੰਗਰਨਾਥ, ਗੋਰਖਨਾਥ ਆਦਿ, ਇਹ ਵੀ ਮਾਇਆ ਦੇ ਵਿੱਚ ਹੀ ਉਲਝੇ ਰਹੇ। ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਕਬੀਰ ਸਾਹਿਬ ਉਸ ਪਰਮਾਤਮਾ ਨੂੰ ਕਹਿ ਰਹੇ ਹਨ। ਇੱਥੇ ਕਬੀਰ ਸ਼ਬਦ ਜਿਹੜਾ ਹੈ ਉਹਨਾਂ ਨੇ ਪਰਮਾਤਮਾ ਲਈ, ਵੱਡੇ ਲਈ ਵਰਤਿਆ ਹੈ ਕਿ ਹੇ ਵਾਹਿਗੁਰੂ, ਮੇਰਾ ਕੁਝ ਵੀ ਨਹੀਂ ਹੈ, ਮੇਰੇ ਵਿੱਚ ਜੋ ਕੁਝ ਵੀ ਹੈ ਇਹ ਤੇਰਾ ਹੀ ਹੈ। ਤੇਰਾ ਤੁਝ ਕੋ ਸੌਂਪ ਤੇ, ਕਿਆ ਲਾਗੈ ਮੇਰਾ। ਤੇਰਾ ਹੀ ਸੀ ਤੇ ਮੈਂ ਤੈਨੂੰ ਹੀ ਸਭ ਕੁਝ ਸੌਂਪ ਦਿੱਤਾ ਹੈ, ਅਰਪ ਕਰ ਦਿੱਤਾ ਹੈ। ਜਿਸ ਤਰ੍ਹਾਂ ਸੁਖਮਨੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਹੇ ਨੇ ਕਿ ਜੇ ਏਕ ਭੀ ਨਾ ਦੇ 10 ਭੀ ਹਿਰ ਲੈ, ਤੋ ਮੂੜਾ ਕਹੋ ਕਹਾ ਕਰੇ, ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ।
ਕਿ ਉਸ ਵਾਹਿਗੁਰੂ ਨੇ ਕਿੰਨਾ ਕੁਝ ਸਾਨੂੰ ਦਿੱਤਾ। ਇੱਕ ਮਨ ਦੀ ਉਹਨੇ ਮੰਗ ਕੀਤੀ, ਪਰ ਅਸੀਂ ਉਸ ਵਾਹਿਗੁਰੂ ਨੂੰ ਮਨ ਦੇਣ ਤੋਂ ਹੀ ਮੁੱਕਰ ਗਏ, ਤੇ ਫਿਰ ਸਾਡੇ ਜਿਹੜੇ ਕਰਮ ਇੰਦਰੇ, ਗਿਆਨ ਇੰਦਰੇ, ਉਹ ਸੰਸਾਰਕ ਧੰਦਿਆਂ ਦੇ ਵਿੱਚ ਐਸੇ ਰੁੱਝੇ ਕਿ ਪ੍ਰਮਾਤਮਾ ਤੋਂ ਮਨਮੁਖ ਹੀ ਹੋ ਗਏ। ਕਬੀਰ ਸਾਹਿਬ ਕਹਿ ਰਹੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਮੇਰੇ ਵਿੱਚ ਕੁਝ ਵੀ ਨਹੀਂ ਹੈ, ਸਭ ਕੁਝ ਤੇਰਾ ਹੀ ਸੀ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਮੇਰਾ ਉੱਥੇ ਕੀ ਜ਼ੋਰ ਲੱਗਦਾ ਹੈ, ਤੇਰਾ ਸੀ, ਤੈਨੂੰ ਸੌਂਪ ਦਿੱਤਾ। ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੂੰ। ਕਬੀਰ ਸਾਹਿਬ ਕਹਿਣ ਲੱਗੇ, ਹੇ ਵਾਹਿਗੁਰੂ, ਜਿੰਨਾ ਸਮਾਂ ਮੈਂ ਕਰਦਾ ਸੀ, ਓਨਾ ਸਮਾਂ ਤੂੰ ਮੇਰੇ ਨੇੜੇ ਨਹੀਂ ਸੀ, ਪਰ ਜਦੋਂ ਮੈਂ ਪੁਕਾਰ ਤੂੰ ਦੀ ਕੀਤੀ, ਭਾਵ ਤੈਨੂੰ ਯਾਦ ਕੀਤਾ, ਉਦੋਂ ਹੁਣ ਤੇਰੇ ਵਿੱਚ ਹੀ ਸਮਾ ਗਏ ਹਾਂ। ਮੇਰੀ ਜਿਹੜੀ ਅਪਣੱਤ ਹੈ, ਮੇਰੀ ਜਿਹੜੀ ਹਉਮੈ ਹੈ, ਮੈਂ ਸਰੀਰ ਤੋਂ ਬਾਹਰ ਹੋ ਗਿਆ ਹਾਂ, ਮੈਂ ਤੇਰਾ ਹੀ ਸਰੂਪ ਹੋ ਗਿਆ ਹਾਂ। ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖੋ ਤਤ ਤੂੰ। ਜਦੋਂ ਆਪਾ ਪਰ ਕਾ, ਆਪਣਾ ਤੇ ਪਰਾਏ ਦਾ ਜਿਹੜਾ ਭੇਤ ਹੀ ਖਤਮ ਹੋ ਗਿਆ, ਕਿਉਂਕਿ ਜੀਵ ਦੀ ਅਲਪਗਤਾ ਤੇ ਪ੍ਰਮਾਤਮਾ ਦੀ ਸਰਬਗਤਾ ਦਾ ਬਹੁਤ ਵੱਡਾ ਭੇਤ ਹੈ। ਕਬੀਰ ਸਾਹਿਬ ਕਹਿਣ ਲੱਗੇ, ਇਹ ਭੇਤ ਖਤਮ ਹੋ ਗਿਆ, ਹੁਣ ਮੈਂ ਤੇਰਾ ਹੀ ਸਰੂਪ ਹੋ ਗਿਆ ਹਾਂ। ਕਬੀਰ ਵਿਕਾਰ ਹੈ ਚਿਤਵਤੇ, ਝੂਠੇ ਕਰਤੇ ਆਸ। ਕਬੀਰ ਸਾਹਿਬ ਕਹਿਣ ਲੱਗੇ, ਜਿਹੜੇ ਮਨੁੱਖ ਸਾਰਾ ਦਿਨ ਵਿਕਾਰ ਦੀਆਂ ਗੱਲਾਂ ਹੀ ਚਿਤਵਦੇ ਰਹਿੰਦੇ ਹਨ ਤੇ ਝੂਠੀਆਂ ਜਿਹੜੀਆਂ ਹੈ ਵਿਚਾਰਾਂ ਕਰਦੇ ਹੋਏ ਝੂਠੀਆਂ ਆਸਾਂ ਆਪਣੇ ਮਨ ਦੇ ਵਿੱਚ ਬੁਣਦੇ ਰਹਿੰਦੇ ਹਨ। ਮਨੋਰਥ ਕੋਈ ਨਾ ਪੂਰਿਓ, ਚਾਲੇ ਊਠ ਨਿਰਾਸ। ਉਹਨਾਂ ਦਾ ਕੋਈ ਵੀ ਮਨੋਰਥ, ਕੋਈ ਵੀ ਇੱਛਾ ਪੂਰੀ ਨਹੀਂ ਹੋ ਸਕਦੀ ਤੇ ਉਹ ਇਸ ਸੰਸਾਰ ਤੋਂ ਨਿਰਾਸ਼ ਹੀ ਚਲੇ ਜਾਂਦੇ ਹਨ। ਕਬੀਰ ਹਰ ਕਾ ਸਿਮਰਨ ਜੋ ਕਰੈ, ਸੋ ਸੁਖੀਆ ਸੰਸਾਰ। ਕਬੀਰ ਸਾਹਿਬ ਕਹਿੰਦੇ, ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹ ਇਸ ਸੰਸਾਰ ਦੇ ਵਿੱਚ ਸੁਖੀ ਰਹਿੰਦੇ ਹਨ। ਇਤ ਉਤ ਕਤ ਹੈ ਨਾ ਡੋਲਈ, ਜਿਸ ਰਾਖੈ ਸਿਰਜਨਹਾਰ। ਜਿਨ੍ਹਾਂ ਨੂੰ ਸਿਰਜਣਹਾਰ ਮਾਲਕ ਆਪ ਹੱਥ ਦੇ ਕੇ ਰੱਖ ਲੈਂਦਾ ਹੈ, ਉਹ ਇਤ ਉਤ ਇੱਧਰ ਉੱਧਰ ਕਿਤੇ ਡੋਲਦੇ ਨਹੀਂ। ਕਬੀਰ ਕਹਾਣੀ ਪੀੜ ਤੇ, ਸਤਿਗੁਰ ਲੀਏ ਛਡਾਏ। ਕਬੀਰ ਸਾਹਿਬ ਕਹਿਣ ਲੱਗੇ, ਸੰਸਾਰ ਦੇ ਵਿੱਚ ਪਾਪਾਂ ਵਿਕਾਰਾਂ ਰੂਪੀ ਕਹਾਣੀ ਪੀੜਦੇ ਸਾਂ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬਚਾ ਲਿਆ, ਆਪਣੇ ਨਾਲ ਜੋੜ ਲਿਆ। ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ। ਇਹ ਕੋਈ ਪਿਛਲੇ ਚੰਗੇ ਕਰਮਾਂ ਦਾ ਜਿਹੜਾ ਸੰਜੋਗ ਪ੍ਰਗਟ ਹੋਇਆ, ਪਿਛਲੇ ਚੰਗੇ ਕੀਤੇ ਹੋਏ ਕਰਮ ਉਹਦੇ ਹੋਏ ਕਿ ਵਾਹਿਗੁਰੂ ਨੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਿਆ। ਅਸੀਂ ਵਿਕਾਰਾਂ ਦੀਆਂ ਗੱਲਾਂ, ਅਸੀਂ ਸੰਸਾਰ ਦੇ ਝੂਠੇ ਪਦਾਰਥਾਂ ਦੀਆਂ ਗੱਲਾਂ ਕਰਦੇ ਹੋਏ ਮਨੁੱਖਾ ਸਰੀਰ ਨੂੰ ਖਰਾਬ ਕਰ ਰਹੇ ਸਾਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬਚਾ ਲਿਆ। ਇੱਥੋਂ ਤੱਕ ਕਥਾ ਵਿਚਾਰ ਕਰਦਿਆਂ ਏਕ ਨਹੀਂ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ, ਗੁਰੂ ਮਹਾਰਾਜ ਬਖਸ਼ਣਯੋਗ ਹਨ, ਕਿਰਪਾ ਕਰਕੇ ਬਖਸ਼ ਦੇਣਾ ਜੀ। ਅਗਾਂਹ ਤੋਂ ਸਮਤ ਬਖਸ਼ਣੇ, ਸ੍ਰੇਸ਼ਟ ਮਤ ਬੁੱਧ ਅਨੁਸਾਰ ਕਥਾ ਵਿਚਾਰ ਕਰ ਸਕੀਏ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਦੇਹੋ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਬੀਰ ਕਾਣੀ ਭੀੜ ਤੇ, ਸਤਿਗੁਰ ਲੀਏ ਛਡਾਏ। ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ। ਵਾਹਿਗੁਰੂ ਜੀ ਕਾ